ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੇ ਅੰਕਿਤ ਸੁਖਮਨੀ ਸਾਹਿਬ ਜੀ ਦੀ ਵਿਆਖਿਆ ਜੋ ਅਸੀਂ ਕੰਟੀਨਿਊ ਕੀਤੀ ਹੋਈ ਹੈ, ਉਸ ਦੀ ਹੁਣ ਅਸੀਂ ਵਿਆਖਿਆ ਸ਼ੁਰੂ ਕਰਦੇ ਹਾਂ। ਇਹ ਸੱਚੇ ਪਾਤਸ਼ਾਹ ਜੀ ਵਿਆਖਿਆ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਉ ਮਾਨਕ ਤੇ ਕਿਆ ਹੋਏ ਆਵੇ, ਜੋ ਤਿਸ ਭਾਵੇ ਸੋਈ ਕਰਾਵੇ। ਕਉ ਮਾਨਕ, ਕਉ ਮਨੁੱਖ, ਇਹ ਦੱਸੋ। ਇਹ ਮਨੁੱਖ ਨੂੰ ਸੰਬੋਧਿਤ ਹੋ ਕੇ ਇਹ ਲਾਈਨਾਂ ਕਰ ਰਹੇ ਕਿ ਇਹ ਮਨੁੱਖ ਤੂੰ ਦੱਸ। ਕਉ ਮਾਨਕ ਤੇ ਕਿਆ ਹੋਏ ਆਵੇ, ਮਨੁੱਖ ਤੋਂ ਕਿਹੜਾ ਕੰਮ ਹੋ ਸਕਦਾ ਹੈ, ਇਹ ਦੱਸੋ। ਅਸੀਂ ਕਹਿੰਦੇ ਕਿ ਅਸੀਂ ਸੋਚਦੇ ਕਿ ਸਾਰੇ ਕੰਮ ਸਾਡੇ ਹੱਥ ਵਿੱਚ ਆ, ਅਸੀਂ ਕਰ ਰਹੇ ਹਾਂ। ਇਹ ਅਸੀਂ ਬਹੁਤ ਹੰਕਾਰ ਵਿੱਚ ਭਰ ਜਾਂਦੇ ਹਾਂ, ਮੈਂ ਦੀ ਭਾਵਨਾ ਆ ਜਾਂਦੀ ਹੈ। ਪਰ ਇਹ ਮੈਂ ਨਹੀਂ ਹੈ, ਇਹ ਸਭ ਕੁਝ ਕਰਨ ਕਰਾਵਨ ਹਾਰ ਸੁਆਮੀ, ਉਸ ਦੇ ਹੱਥ ਵਿੱਚ ਹੈ ਸਭ ਕੁਝ। ਸਾਡੇ ਕੋਲੋਂ ਚੰਗੇ ਕੰਮ ਵੀ ਕਰਵਾਉਂਦਾ ਹੈ ਅਤੇ ਸਾਡੀ ਅਗਰ ਬੁੱਧੀ ਵੀ ਭ੍ਰਿਸ਼ਟ ਕਰਨੀ ਉਹਦੇ ਹੀ ਹੱਥ ਹੈ। ਸਾਡੀ ਬੁੱਧੀ ਨੂੰ ਸਹੀ ਰਸਤੇ 'ਚ ਲੈ ਕੇ ਆਉਣਾ ਵੀ ਉਹਦੇ ਹੱਥ ਹੈ। ਪਲਾਂ ਵਿੱਚ ਸਾਨੂੰ ਇੱਜ਼ਤ ਦਿੰਦਾ ਹੈ ਔਰ ਪਲਾਂ ਵਿੱਚ ਖਾਕ ਵਿੱਚ ਵੀ ਰਲਾ ਦਿੰਦਾ ਹੈ। ਖਿਨਮੇ ਥਾਪ ਉਥਾਪਨ ਹਾਰਾ। ਤਾਂ ਇਸ ਕਰਕੇ ਇਹਨਾਂ ਅਸ਼ਟਪਦੀ ਦੀਆਂ ਇਹ ਲਾਈਨਾਂ ਨੂੰ ਵਿਆਖਿਆ ਕਰਦੇ, ਕਹੁ ਮਾਨਕ ਤੇ ਕਿਆ ਹੋਏ ਆਵੇ, ਕਿ ਦੱਸੋ ਕਿ ਮਨੁੱਖ ਤੋਂ ਕਿਹੜਾ ਕੰਮ ਹੋ ਸਕਦਾ ਹੈ। ਜੋ ਤਿਸ ਭਾਵੇ ਸੋਈ ਕਰਾਵੇ। ਕਿਹੜਾ ਕੰਮ ਹੋ ਸਕਦਾ ਹੈ? ਜੋ ਤਿਸ ਭਾਵੇ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜੋ ਤਿਸ ਭਾਵੇ ਸੋਈ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਜੀਵਾਂ ਤੋਂ ਕਰਾਉਂਦਾ ਹੈ। ਜੋ ਤਿਸ ਭਾਵੇ ਸੋਈ ਕਰਾਵੇ, ਉਹੀ ਜੀਵਾਂ ਤੋਂ ਉਹ ਕਰਾਉਂਦਾ ਹੈ, ਉਹ ਆਪ ਕਰਾਉਂਦਾ ਹੈ। ਇਹ ਮਨੁੱਖ ਨਹੀਂ ਹੈ, ਇਹ ਮਨੁੱਖ ਦੇ ਹੱਥੋਂ ਕੋਈ ਕੰਮ ਨਹੀਂ ਹੁੰਦਾ। ਜੋ ਵੀ ਕਰਦਾ ਹੈ ਉਹ ਕਰਨ ਕਰਾਵਨ ਹਾਰ ਸੁਆਮੀ ਆਪ ਹੀ ਹੈ। ਇਸਕੇ ਹਾਥ ਹੋਏ ਤਾਂ ਸਭ ਕਿਛ ਲੈ। ਇਸ ਮਨੁੱਖ ਦੇ ਵੱਸ ਵਿੱਚ ਹੋਵੇ ਤਾਂ ਉਹ ਸਭ ਕੁਝ ਆਪ ਹੀ ਸਾਂਭ ਲੇ। ਇਹ ਮਨੁੱਖ ਇੰਨਾ ਮਤਲਬ ਹੰਕਾਰੀ ਹੈ, ਮਨੁੱਖ ਇੰਨਾ ਖੁਦਗਰਜ਼ ਹੈ। ਉਸ ਦੇ ਹੱਥ ਅਗਰ ਹੋਏ, ਮਨੁੱਖ ਦੇ ਹੱਥ ਹੋਏ ਤਾਂ ਉਹ ਸਭ ਕੁਝ ਆਪ ਹੀ ਸਾਂਭ ਲਏ। ਇਹ ਇੰਨਾ ਮਨੁੱਖ ਪਾਪਾਂ ਨਾਲ ਭਰਿਆ ਹੋਇਆ, ਉਸਦੀ ਬੁੱਧੀ ਇੰਨੀ ਭ੍ਰਿਸ਼ਟ ਹੈ ਕਿ ਪਰ ਅਗਰ ਮਨੁੱਖ ਦਾ ਵੱਸ ਚੱਲੇ, ਵੱਸ ਨਹੀਂ ਚੱਲਦਾ ਮਨੁੱਖ ਦਾ, ਅਗਰ ਵੱਸ ਚੱਲੇ ਤਾਂ ਕੀ ਕਰੇ, ਉਹ ਸਭ ਕੁਝ ਆਪ ਹੀ ਸਾਂਭ ਲੇ। ਜੋ ਤਿਸ ਭਾਵੇ ਸੋਈ ਕਰੇ। ਪਰ ਹੁੰਦਾ ਕੀ ਹੈ, ਜੋ ਉਸ ਮਾਲਕ ਨੂੰ ਠੀਕ ਲੱਗਦਾ ਹੈ ਉਹੀ ਕੁਝ ਹੁੰਦਾ ਹੈ। ਇਸਕੇ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੇ ਸੋਈ ਕਰੇ। ਪਰ ਅੰਤ ਵਿੱਚ ਕੀ ਹੈ, ਉਸ ਪਰਮਾਤਮਾ ਤੋਂ ਬਿਨਾਂ ਕੋਈ ਚਾਰਾ ਨਹੀਂ। ਅੰਤ ਵਿੱਚ ਹੋਣਾ ਉਹੀ ਹੈ ਜੋ ਪਰਮਾਤਮਾ ਦੀ ਰਜ਼ਾ ਹੈ। ਚਾਹੇ ਮਨੁੱਖ ਨੂੰ ਲੱਗਦਾ ਹੈ ਕਿ ਸਭ ਕੁਛ ਮੈਂ ਖੁਦ ਹੀ ਕਰ ਰਿਹਾ, ਸਭ ਕੁਛ ਮੇਰੇ ਅਕੋਰਡਿੰਗ ਚੱਲ ਰਿਹਾ ਹੈ, ਪਰ ਅੰਤ ਵਿੱਚ ਹੋਣਾ ਉਹੀ ਹੈ ਜੋ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੈ। ਅਣਜਾਣਤ ਵਿਖਿਆ ਮੈਂ ਰਚੇ। ਇਹ ਜੀਵ ਜਿਹੜਾ ਮਨੁੱਖ ਹੈ, ਨਾ ਸਮਝੀ ਕਰਕੇ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ। ਅਣਜਾਣਤ, ਬੇਸਮਝੀ, ਨਾ ਸਮਝੀ ਕਰਕੇ। ਵਿਖਿਆ ਮੈਂ ਰਚੇ, ਵਿਖਿਆ ਵਿਕਾਰਾਂ, ਵਿਕਾਰਾਂ ਵਿੱਚ, ਭੈੜੇ ਕੰਮਾਂ ਵਿੱਚ ਪਿਆ ਰਹਿੰਦਾ ਹੈ। ਜੇ ਜਾਣਤ ਆਪਨ ਆਪ ਬਚੇ, ਜੇ ਉਸਦੇ ਨਤੀਜੇ ਨੂੰ ਜਾਣਦਾ ਹੋਵੇ, ਇਹ ਭੈੜੇ ਕੰਮਾਂ ਦੇ, ਬੁਰੇ ਕੰਮਾਂ ਦੇ ਨਤੀਜੇ ਨੂੰ ਮਨੁੱਖ ਜਾਣਦਾ ਹੋਵੇ ਤਾਂ ਆਪਣੇ ਆਪ ਹੀ ਇਸ ਤੋਂ ਬਚ ਜਾਵੇ। ਜੇ ਜਾਣਤ ਆਪਨ ਆਪ ਬਚੇ, ਉਹ ਆਪ ਹੀ ਇਸ ਤੋਂ ਬਚ ਕੇ ਰਹੇ। ਪਰ ਨਹੀਂ, ਪਰ ਉਹ ਵਿਕਾਰਾਂ ਵਿੱਚ ਪਿਆ ਹੋਇਆ ਹੈ। ਪਰਮੇ ਭੂਲਾ ਦੈ ਦਿਸ ਤਾਵੇ। ਭੁਲੇਖੇ ਵਿੱਚ ਭੁੱਲਿਆ ਹੋਇਆ, ਪਰਮੇ ਭੂਲਾ, ਪਰਮੇ ਭੁਲੇਖੇ ਵਿੱਚ, ਭੂਲਾ ਭੁੱਲਿਆ ਹੋਇਆ, ਦੈ ਦਿਸ ਤਾਵੇ, ਤਾਵੇ ਦੌੜਨਾ ਫਿਰਨਾ। ਉਹ ਭੁਲੇਖੇ ਵਿੱਚ ਹੀ ਭੁੱਲਿਆ ਹੋਇਆ, ਦਹਿ ਦਿਸ, ਦਹਿ ਦਸੀ, ਦਿਸ ਦਿਸ਼ਾਵਾਂ ਵਿੱਚ, ਦਸਾਂ ਦਿਸ਼ਾਵਾਂ ਵਿੱਚ ਉਹ ਦੌੜਦਾ ਫਿਰਦਾ ਹੈ। ਭੁਲੇਖੇ ਵਿੱਚ ਹੀ ਹੈ ਕਿ ਸਭ ਕੁਝ ਮੇਰੇ ਹੱਥ ਵਿੱਚ ਹੈ। ਇਸੀ ਭੁਲੇਖੇ ਵਿੱਚ ਉਹ ਚਾਰੇ ਦਿਸ਼ਾਵਾਂ, ਦਸਾਂ ਦਿਸ਼ਾਵਾਂ ਵਿੱਚ ਦੌੜਦਾ ਫਿਰਦਾ ਹੈ। ਨਿਮਕ ਮਾਹੇ ਚਾਰ ਕੁੰਟ ਫਿਰ ਆਵੇ। ਤੇ ਅੱਖ ਦੇ ਫੋਰ ਵਿੱਚ ਹੀ, ਨਿਮਕ ਮੈਨੇ ਪਲਾਂ ਵਿੱਚ ਹੀ, ਚਾਰ ਕੁੰਟ ਫਿਰ ਆਵੇ, ਚੌਂ ਕੁੰਟਾਂ ਵਿੱਚ ਫਿਰ ਆਉਂਦਾ ਹੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਕਿਰਪਾ ਕਰਕੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਕਿਰਪਾ ਕਰਕੇ ਜਿਸ ਨੂੰ ਆਪਣੀ ਇਹ ਭਗਤੀ ਦਿੰਦਾ ਹੈ, ਸੱਚੇ ਪਾਤਸ਼ਾਹ ਜਿਸ ਉੱਤੇ ਕਿਰਪਾ ਕਰਕੇ ਆਪਣੀ ਭਗਤੀ ਦਿੰਦਾ ਹੈ, ਨਾਨਕ ਤੇ ਜਨ ਨਾਮ ਮਿਲੇ,
ਉਹ ਮਨੁੱਖ ਨਾਮ ਸਿਮਰਨ ਵਿੱਚ ਜੁੜਿਆ ਰਹਿੰਦਾ ਹੈ। ਕਿ ਸੱਚੇ ਪਾਤਸ਼ਾਹ ਦੀ ਜਿਸ ਉੱਤੇ ਮਿਹਰ ਹੋਏ, ਜਿਸ ਉੱਤੇ ਉਹ ਕਿਰਪਾ ਕਰਨ, ਉਹੀ ਮਨੁੱਖ ਜੋ ਹੈ ਸਿਮਰਨ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ, ਪ੍ਰਭੂ ਬੰਦਗੀ ਵਿੱਚ ਲੀਨ ਰਹਿੰਦਾ ਹੈ ਅਤੇ ਆਤਮਿਕ ਖੇੜੇ ਵਿੱਚ ਰਹਿੰਦਾ ਹੈ। ਪਰ ਸ਼ਰਤ ਕੀ ਹੈ? ਉਹ ਸੱਚੇ ਪਾਤਸ਼ਾਹ ਦੀ ਮਿਹਰ ਵਾਲੀ ਨਜ਼ਰ ਹੋਏ ਤਾਂ ਹੀ ਇਹ ਸਭ ਕੁਝ ਹੋ ਸਕਦਾ ਹੈ। ਨਹੀਂ, ਅਗਰ ਨਹੀਂ ਹੈ ਤਾਂ ਮਨੁੱਖ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ, ਹੰਕਾਰ ਵਿੱਚ ਗ੍ਰਸਤ ਰਹਿੰਦਾ ਹੈ ਅਤੇ ਉਹ ਸਮਝਦਾ ਹੈ ਕਿ ਸਭ ਕੁਛ ਮੇਰੇ ਹੱਥ ਵਿੱਚ ਹੈ। ਪਰ ਨਹੀਂ, ਸਭ ਕੁਛ ਕੁਛ ਵੀ ਮਨੁੱਖ ਦੇ ਹੱਥ ਵਿੱਚ ਨਹੀਂ। ਇੱਕ ਛੋਟੀ ਜਿਹੀ ਚੀਜ਼ ਵੀ ਮਨੁੱਖ ਦੇ ਹੱਥ ਵਿੱਚ ਨਹੀਂ ਹੈ। ਸਭ ਕੁਛ ਪਰਮਾਤਮਾ ਦੇ ਹੱਥ ਵਿੱਚ ਹੈ। ਇਹ ਅੱਗੇ ਤੁਹਾਨੂੰ ਹੋਰ ਇਹਨਾਂ ਅਸ਼ਟਪਦੀ ਨੂੰ ਵਿਆਖਿਆ ਕਰਦੇ ਹੋਏ ਤੁਹਾਨੂੰ ਪਤਾ ਚੱਲੇਗਾ। ਖਿਨਮੈ ਨੀਚ ਕੀਟ ਕੋ ਰਾਜ। ਹੁਣ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਮਨੁੱਖ ਦੇ ਹੱਥ ਵਿੱਚ ਕੁਛ ਨਹੀਂ ਹੈ। ਕਿੱਦਾਂ ਨਹੀਂ ਹੈ? ਖਿਨਮੈ ਮਤਲਬ ਪਲਾਂ ਵਿੱਚ ਹੀ, ਖਿਨਮੈ ਨੀਚ ਕਿ ਪਲ ਦੇ ਉਹ ਪਰਮਾਤਮਾ ਦੀ ਅਗਰ ਮਿਹਰ ਹੈ ਤਾਂ ਉਸਨੇ ਪਲ ਨਹੀਂ ਲਗਾਉਣਾ। ਇੱਕ ਪਲ ਵਿੱਚ ਨੀਚ ਨਾਚੀਜ਼ ਬੰਦੇ ਨੂੰ, ਕੀਟ ਹੁੰਦਾ ਕੀੜੇ, ਜਿਸ ਦੀ ਮਤਲਬ ਕੀੜੇ ਮਕੌੜੇ ਜਿੰਨੀ ਔਕਾਤ ਹੈ, ਨੀਚ ਬੰਦੇ ਨੂੰ ਖਿਨਾਂ ਵਿੱਚ, ਪਲਾਂ ਵਿੱਚ, ਖਿਨਮੈ ਨੀਚ ਕੀਟ ਕੋ ਰਾਜ, ਉਸ ਨਾਚੀਜ਼ ਬੰਦੇ ਨੂੰ ਵੀ ਰਾਜ ਦੇ ਦਿੰਦਾ ਹੈ ਪਲਾਂ ਵਿੱਚ। ਇਹ ਪਰਮਾਤਮਾ ਦੇ ਹੱਥ ਵਿੱਚ ਹੈ। ਇਹ ਤਾਂ ਮੈਂ ਖੁਦ ਦਾ ਐਕਸਪੀਰੀਅੰਸ ਕੀਤਾ ਹੈ। ਮੇਰੇ ਵਰਗੇ ਨਾਚੀਜ਼ ਬੰਦੇ ਨੂੰ ਵੀ ਉਸਨੇ ਰਾਜ ਦਿੱਤਾ ਹੈ। ਇਹ ਤਾਂ ਮੈਂ ਐਕਸਪੀਰੀਅੰਸ ਕੀਤਾ ਹੋਇਆ ਇਸ ਗੱਲ ਦਾ। ਇਸ ਕਰਕੇ ਇਹ ਪਰਮਾਤਮਾ ਦੇ ਹੱਥ ਵਿੱਚ ਸਭ ਕੁਛ ਹੈ। ਸਾਨੂੰ ਜਦੋਂ ਵੀ ਅਸੀਂ ਦੁਖੀ ਹੁੰਦੇ ਹਾਂ, ਜਦੋਂ ਅਸੀਂ ਬਹੁਤ ਦੁਖੀ, ਸਾਨੂੰ ਕੋਈ ਰਸਤਾ ਨਹੀਂ ਲੱਭਦਾ, ਸਾਨੂੰ ਸਿਰਫ ਅਤੇ ਸਿਰਫ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਉਹੀ ਸਾਨੂੰ ਹਰ ਮੁਸ਼ਕਿਲਾਂ 'ਚੋਂ ਕੱਢਣ ਵਾਲਾ ਹੈ। ਉਸ ਵੇਲੇ ਦੁਨੀਆਦਾਰੀ ਕੋਈ ਕੰਮ ਨਹੀਂ ਆਉਂਦੀ। ਸਾਰੇ ਇਸ ਦੁਨੀਆ ਵਿੱਚ ਹੋਏ ਦੇ ਹਨ। ਜਿਸ ਦੇ ਕੋਲ ਪੈਸਾ ਹੈ ਉਸ ਦੇ ਕੋਲ ਸਾਰੇ ਖੁਸ਼ਾਮਦੀ ਕਰਨ ਆਉਂਦੇ ਹਨ। ਪਰ ਅਗਰ ਤੁਹਾਡੇ ਕੋਲ ਪੈਸਾ ਨਹੀਂ ਹੈ, ਤੁਹਾਡਾ ਸਟੇਟਸ ਨਹੀਂ ਹੈ, ਤਾਂ ਉਸਨੂੰ ਲੋਕ ਪੁੱਛਦੇ ਵੀ ਨਹੀਂ। ਪਰ ਪਰਮਾਤਮਾ ਉਹ ਸਾਰੇ ਦੇ ਦਿਲਾਂ ਦੀ ਜਾਣਦਾ ਹੈ। ਇਸ ਕਰਕੇ ਸਾਨੂੰ ਆਪਣੇ ਦਿਲ ਦੀ ਗੱਲ ਹਮੇਸ਼ਾ ਸੱਚੇ ਪਾਤਸ਼ਾਹ ਨਾਲ ਕਰਨੀ ਚਾਹੀਦੀ ਹੈ। ਹਮੇਸ਼ਾ ਆਪਣੇ ਜੋ ਸਾਡੇ ਦਿਲ ਦੀ ਗੱਲ ਹੈ ਨਾ, ਉਸ ਪਰਮਾਤਮਾ ਨੂੰ ਸੱਚੇ ਹੋ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਜੀ, ਮੈਂ ਇਸ ਮੁਸੀਬਤ ਵਿੱਚ ਫਸਿਆ ਹਾਂ, ਮੈਨੂੰ ਹੱਥ ਦੇ ਕੇ ਕੱਢ ਲਓ। ਇਹ ਪੱਕੀ ਗੱਲ ਹੈ, ਇਹ ਅਜਮਾਈ ਹੋਈ ਗੱਲ ਹੈ ਕਿ ਪਰਮਾਤਮਾ ਉਸਨੂੰ ਹੱਥ ਦੇ ਕੇ ਰੱਖਣਗੇ, ਉਸਨੂੰ ਸਾਰੀਆਂ ਮੁਸੀਬਤਾਂ 'ਚੋਂ ਕੱਢਣਗੇ। ਖਿਨਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਉਹ ਪਲਾਂ ਵਿੱਚ ਹੀ ਨਾਚੀਜ਼ ਬੰਦੇ ਨੂੰ ਵੀ ਰਾਜ ਦੇ ਦਿੰਦਾ ਹੈ। ਪਾਰ ਬ੍ਰਹਮ ਗਰੀਬ ਨਿਵਾਜ। ਪਾਰ ਬ੍ਰਹਮ ਗਰੀਬਾਂ ਨੂੰ ਇੱਜ਼ਤ ਦੇਣ ਵਾਲਾ ਹੈ। ਉਹ ਸੱਚੇ ਪਾਤਸ਼ਾਹ ਗਰੀਬਾਂ ਨੂੰ ਵੀ ਨਿਵਾਜਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ। ਜਾ ਕਾ ਦਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਤੈ ਦਿਸ ਪ੍ਰਗਟਾਵੇ। ਜਿਸ ਬੰਦੇ ਦਾ ਕੋਈ ਗੁਣ ਨਾ ਦਿਸਦਾ ਹੋਵੇ, ਜਾ ਕਾ ਦ੍ਰਿਸ਼ਟ ਮਤਲਬ ਦਿਖਦਾ ਹੀ ਨਹੀਂ ਦੁਨੀਆ ਨੂੰ, ਕਛੂ ਨਾ ਆਵੇ ਕਿ ਉਹ ਦੁਨੀਆ ਦੇ ਲਈ ਉਹ ਬੰਦਾ ਖਾਕ ਜਿੰਨਾ ਹੈ, ਉਸਦੀ ਔਕਾਤ ਹੀ ਨਹੀਂ ਹੈ। ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਉਸਨੂੰ ਕੋਈ ਦੇਖਣਾ ਤੱਕ ਨਹੀਂ ਪਸੰਦ ਕਰਦਾ, ਉਸਨੂੰ ਕੋਈ ਇੱਜ਼ਤ ਨਹੀਂ ਦਿੰਦਾ। ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ, ਤਾਂ ਉਹ ਪਰਮਾਤਮਾ ਕੀ ਕਰਦਾ ਹੈ, ਉਸਨੂੰ ਉਹ ਪਰਮਾਤਮਾ ਅਗਰ ਚਾਹੇ ਤਾਂ ਕੀ ਕਰ ਸਕਦਾ, ਉਸਨੂੰ ਉਹ ਤੁਰੰਤ ਦਹਿ ਦਿਸ ਪ੍ਰਗਟਾਵੇ, ਦਹਿ ਦਿਸ ਦਸਾਂ ਦਿਸ਼ਾਵਾਂ ਵਿੱਚ ਸਾਰੇ ਪਾਸੇ ਮਸ਼ਹੂਰ ਕਰ ਦਿੰਦਾ ਹੈ। ਮਤਲਬ ਕਿ ਇਹ ਪਰਮਾਤਮਾ ਦੇ ਹੱਥ ਵੱਸ ਹੈ। ਉਸ ਨਾਚੀਜ਼ ਬੰਦੇ ਨੂੰ, ਨਾਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਉਸਨੂੰ ਵੀ ਚੀਜ਼ ਬਣਾ ਦਿੰਦਾ, ਉਸਨੂੰ ਇਸ 'ਤੇ ਇੰਨਾ ਨਿਵਾਜ, ਉਸ 'ਤੇ ਇੰਨੀ ਮਿਹਰ ਹੋ ਜਾਂਦੀ ਕਿ ਉਹ ਚਾਰੇ ਦਿਸ਼ਾਵਾਂ ਵਿੱਚ ਸਾਰੇ ਪਾਸੇ ਮਸ਼ਹੂਰ ਹੋ ਜਾਂਦਾ ਹੈ ਕਿ ਲੋਕੀ ਲੋਕੀ ਉਸਦੇ ਪੂਆ ਕੇ ਚਰਨ ਮਲ ਧੋਈ, ਜਿਹਨੂੰ ਲੋਕੀ ਲਾਗੇ ਖੜਾ ਕਰਕੇ ਵੀ ਨਹੀਂ ਉਹ ਰਾਜ਼ੀ ਹੁੰਦੇ, ਉਹ ਬਾਅਦ ਵਿੱਚ ਉਸਨੂੰ ਨੀਵੇਂ ਹੋ ਕੇ ਨਮਸਕਾਰ ਕਰਦੇ ਹਨ। ਜਾਕੋ ਆਪਣੀ ਕਰੇ ਬਖਸ਼ੀਸ, ਤਾਕਾ ਲੇਖਾ ਨਾ ਗਨੇ ਜਗਦੀਸ਼। ਜਿਸਨੂੰ ਉਹ ਆਪਣੀ ਬਖਸ਼ਿਸ਼ ਕਰ ਦਿੰਦਾ ਹੈ, ਜਾਕੋ ਆਪਣੀ ਕਰੇ ਬਖਸ਼ੀਸ, ਜਿਸ 'ਤੇ ਉਹ ਆਪਣੀ ਬਖਸ਼ਿਸ਼ ਕਰ ਦਿੰਦਾ ਹੈ, ਤਾਕਾ ਲੇਖਾ ਨਾ ਗਨੇ ਜਗਦੀਸ਼। ਜਗਤ ਦਾ ਮਾਲਕ ਉਹ ਵਾਹਿਗੁਰੂ ਉਸ ਮਨੁੱਖ ਦੇ ਕਰਮਾਂ ਦੇ ਲੇਖ ਨਹੀਂ ਗਿਣਦਾ, ਉਸਦਾ ਕੋਈ ਲੇਖਾ ਜੋਖਾ ਨਹੀਂ ਗਿਣਦਾ। ਜਿਸ 'ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ ਉਹ ਤਾਂ ਤਰ ਜਾਂਦਾ ਹੈ।
जियो पिंड सब तिसकी रास, कट कट पूरन ब्रह्म प्रकाश। जियो ये जिंदगी, पिंड सरीर, जियो पिंड सब तिसकी रास, जिंदगी ये सरीर आदि सब कुछ उसकी सुगात ਹਨ। कट कट पूरन ब्रह्म प्रकाश, हरेक ਸਰੀਰ ਅੰਦਰ ਵਿਆਪਕ ਪਰਮੇਸ਼ਰ ਦਾ ਜਲਵਾ ਹੈ। ਕਟ ਕਟ ਪੂਰਨ ਬ੍ਰਹਮ ਪ੍ਰਕਾਸ਼, ਹਰੇਕ ਸਰੀਰ ਵਿੱਚ ਇਹ ਸਾਡੇ ਸਰੀਰ, ਸਾਡੀ ਜ਼ਿੰਦਗੀ ਉਸਦੀ ਸੁਗਾਤ ਹਨ ਅਤੇ ਹਰੇਕ ਸਰੀਰ ਅੰਦਰ ਉਸ ਪਰਮੇਸ਼ਵਰ ਦਾ ਜਲਵਾ ਹੈ। ਕਟ ਕਟ ਵਿੱਚ ਉਹ ਵਸਿਆ ਹੋਇਆ ਹੈ। ਆਪਣੀ ਬਣਤ ਆਪ ਬਣਾਈ, ਨਾਨਕ ਜੀਵੇ ਦੇਖ ਵਡਾਈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਆਪਣੀ ਸ੍ਰਿਸ਼ਟੀ, ਆਪਣੀ ਬਣਤ, ਆਪਣੀ ਸ੍ਰਿਸ਼ਟੀ ਉਸਨੇ ਆਪ ਹੀ ਬਣਾਈ ਹੈ। ਨਾਨਕ ਜੀਵੇ ਦੇਖ ਵਡਾਈ, ਮੈਂ ਉਸਦੀ ਵਡਿਆਈ ਨੂੰ ਵੇਖ ਕੇ ਹੀ ਜੀ ਰਿਹਾ ਹਾਂ। ਨਾਨਕ ਜੀਵੇ ਦੇਖ ਵਡਿਆਈ, ਮੈਂ ਉਸਦੀ ਵਡਿਆਈ ਨੂੰ, ਉਸਦੇ ਕੌਤਕ ਨੂੰ ਦੇਖ ਕੇ ਮੈਂ ਜੀ ਰਿਹਾ ਹਾਂ ਅਤੇ ਉਸ ਤੋਂ ਬਲਿਹਾਰ ਜਾਂਦਾ ਹਾਂ। ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਇਸ ਜੀਵ ਦੀ ਤਾਕਤ, ਇਸਕਾ ਬਲ ਨਾਹੀ ਇਸ ਹਾਥ, ਇਸ ਜੀਵ ਦੀ ਤਾਕਤ ਇਸਦੇ ਆਪਣੇ ਹੱਥ ਵਿੱਚ ਨਹੀਂ ਹੈ। ਕੋਈ ਮਨੁੱਖ ਨੂੰ ਲੱਗਦਾ ਕਿ ਮੈਂ ਬਹੁਤ ਤਾਕਤਵਰ ਹਾਂ, ਮੈਂ ਬਹੁਤ ਜਵਾਨ ਹਾਂ, ਮੈਂ ਬਹੁਤ ਤਾਕਤਵਰ ਹਾਂ, ਪਰ ਉਸਨੂੰ ਉਸ ਨਾ ਸਮਝ ਨੂੰ ਇਹ ਪਤਾ ਨਹੀਂ ਹੈ ਕਿ ਉਹ ਜੀਵ ਦੀ ਤਾਕਤ ਉਸਦੇ ਆਪਣੇ ਹੱਥ ਵਿੱਚ ਨਹੀਂ ਹੈ। ਕਰਨ ਕਰਾਵਨ ਸਰਬ ਕੋ ਨਾਥ, ਕਿਉਂਕਿ ਕਰਨ ਕਰਾਉਣ ਵਾਲਾ ਸਾਰਿਆਂ ਦਾ ਮਾਲਕ, ਸਰਬ ਕੋ ਨਾਥ, ਸਾਰਿਆਂ ਦਾ ਮਾਲਕ ਪ੍ਰਭੂ ਆਪ ਹੈ। ਆਗਿਆਕਾਰੀ ਬਪੁਰਾ ਜੀਓ, ਇਹ ਜੀਵ ਵਿਚਾਰਾ ਤਾਂ ਸਿਰਫ ਬਪੁਰਾ ਜੀਓ, ਇਹ ਬਪੁਰਾ ਵਿਚਾਰਾ ਜੀਵ ਕੀ ਕਰਦਾ ਹੈ? ਇਹ ਜੀਵ ਵਿਚਾਰਾ ਤਾਂ ਸਿਰਫ ਉਸਦੇ ਹੁਕਮ ਦੀ ਤਾਮੀਲ ਕਰਨ ਵਾਲਾ ਹੈ। ਆਗਿਆਕਾਰੀ, ਉਸਦੇ ਹੁਕਮ ਵਿੱਚ ਵੱਜਾ ਹੋਇਆ ਹੈ। ਜੋ ਤਿਸ ਭਾਵੇ ਸੋਈ ਫੁਨ ਥਿਓ, ਜੋ ਤਿਸ ਭਾਵੇ, ਜੋ ਉਸਨੂੰ ਮਨਜ਼ੂਰ ਹੁੰਦਾ ਹੈ, ਸੋਈ ਫੁਨ ਥਿਓ, ਉਹੀ ਹੁੰਦਾ ਹੈ। ਕਬੂ ਊਚ ਨੀਚ ਮੈਂ ਬਸੇ, ਇਹ ਜੀਵ ਕਦੀ ਉੱਚੀ ਤੇ ਕਦੀ ਨੀਵੀਂ ਹਾਲਤ ਵਿੱਚ ਰਹਿੰਦਾ ਹੈ। ਕਬੂ ਊਚ, ਕਦੀ ਇਸਦੇ ਟਾਈਮ ਦਾ ਕੋਈ ਪਤਾ ਨਹੀਂ ਲੱਗਦਾ, ਕਦੀ ਇਹ ਬਹੁਤ ਉੱਚੀ ਹਾਲਤ 'ਚ ਰਹਿੰਦਾ, ਅੱਛਾ ਸਟੇਟਸ ਹੈ, ਕਦੀ ਜ਼ਿੰਦਗੀ ਚੰਗੀ ਚੱਲ ਰਹੀ ਹੈ, ਕਦੀ ਇਸਦੀ ਹਾਲਤ ਖਰਾਬ ਹੋ ਗਈ ਹੈ। ਕਬੂ ਊਚ ਨੀਚ, ਕਦੀ ਨੀਵੀਂ ਹਾਲਤ ਵਿੱਚ ਰਹਿੰਦਾ ਹੈ। ਕਬੂ ਸੋਗ ਹਰਕ ਰੰਗ ਹਸੇ, ਕਦੀ ਇਹ ਗਮ ਵਿੱਚ ਤੇ ਕਦੀ ਖੁਸ਼ੀ ਦੇ ਮਾਹੌਲ ਵਿੱਚ ਹੱਸਦਾ ਹੈ। ਕਬੂ ਨਿੰਦ ਚਿੰਦ ਵਿਵਹਾਰ, ਕਦੇ ਨਿੰਦਾ ਚਿੰਦ ਫਿਕਰਾਂ ਵਿੱਚ ਪਿਆ ਰਹਿੰਦਾ ਹੈ। ਕਬੂ ਊਬ ਆਕਾਸ ਪਿਆਲ, ਤੇ ਕਦੇ ਜੋਸ਼ ਵਿੱਚ ਆ ਕੇ ਆਕਾਸ਼ ਵਿੱਚ ਉੱਚਾ ਚੜ੍ਹਦਾ ਹੈ। ਕਬੂ ਊਬ ਆਕਾਸ ਪਿਆਲ, ਤੇ ਕਦੀ ਮਤਲਬ ਉੱਚਾ ਚੜ੍ਹ ਜਾਂਦਾ, ਉਸਨੂੰ ਜੋਸ਼ ਆ ਜਾਂਦਾ, ਆਕਾਸ਼ ਵਿੱਚ ਆਪਣੇ ਆਪ ਨੂੰ ਸਮਝਦਾ ਕਿ ਮੈਂ ਬਹੁਤ ਉੱਚਾ ਹਾਂ, ਤੇ ਕਦੀ ਉਦਾਸ ਹੋ ਕੇ ਪਤਾਲ ਹੇਠਾਂ ਡਿੱਗ ਪੈਂਦਾ ਹੈ। ਕਬੂ ਊਬ ਆਕਾਸ ਪਿਆਲ, ਤੇ ਕਦੀ ਉਦਾਸ ਹੋ ਕੇ ਇੱਕਦਮ ਪਤਾਲ ਹੇਠਾਂ ਹੀ ਡਿੱਗ ਪੈਂਦਾ ਹੈ। ਕਬੂ ਬੇਤਾ ਬ੍ਰਹਮ ਵਿਚਾਰ, ਕਦੇ ਇਹ ਦਾਰਸ਼ਨਿਕ ਬਣ ਕੇ ਬ੍ਰਹਮ ਦੀ ਗੱਲ ਕਰਦਾ ਹੈ। ਬੇਤਾ, ਦਾਰਸ਼ਨਿਕ ਬਣ ਜਾਂਦਾ ਹੈ, ਵਿਚਾਰਾਂ ਕਰਦਾ ਹੈ, ਇਸ ਪਰਮਾਤਮਾ ਦੀ, ਬ੍ਰਹਮਾ ਦੀ ਗੱਲ ਕਰਦਾ ਹੈ। ਨਾਨਕ ਆਪ ਮਿਲਾਵਨ ਹਾਰ, ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਜੀਵਾਂ ਨੂੰ ਆਪਣੇ ਨਾਲ ਮੇਲਣ ਵਾਲਾ ਵਾਹਿਗੁਰੂ ਆਪ ਹੀ ਹੈ, ਉਸਦੀ ਰਜ਼ਾ ਹੈ। ਕਦੀ ਬੰਦਾ ਕਿਸ ਸਥਿਤੀ ਵਿੱਚ ਹੁੰਦਾ ਹੈ, ਕਦੀ ਕਿਸ ਹਾਲਤ ਵਿੱਚ ਹੁੰਦਾ ਹੈ, ਇਹ ਮਨ ਦੀ ਅਵਸਥਾ ਉਸਨੂੰ ਕਦੀ ਕਿਸ ਮੁਕਾਮ 'ਤੇ ਲੈ ਜਾਂਦੀ ਹੈ, ਕਦੀ ਕਿਸ ਮੁਕਾਮ 'ਤੇ ਲੈ ਜਾਂਦੀ ਹੈ, ਪਰ ਇਹ ਬੰਦਾ ਸਮਝਦਾ ਹੈ ਕਿ ਮੈਂ ਹੀ ਕਰਦਾ ਹਾਂ ਸਭ ਕੁਛ, ਮੈਂ ਖੁਦ ਕਰਦਾ ਹਾਂ, ਮੇਰਾ ਦਿਮਾਗ ਇੰਨਾ ਜ਼ਿਆਦਾ ਹੈ, ਮੈਂ ਬਹੁਤ ਇੰਟੈਲੀਜੈਂਟ ਹਾਂ, ਮੈਂ ਬਹੁਤ ਅਮੀਰ ਹੋ ਗਿਆ, ਮੈਨੂੰ ਬਹੁਤ ਤਰੀਕੇ ਆਉਂਦੇ ਹਨ, ਮੈਂ ਕੁਛ ਵੀ ਕਰ ਸਕਦਾ, ਮੇਰੇ ਕੋਲ ਇੰਨੀਆਂ ਗੱਡੀਆਂ ਹਨ, ਮੈਂ ਬਹੁਤ ਜ਼ਿੰਦਗੀ ਮੇਰੀ ਬਹੁਤ ਚੰਗੀ ਚੱਲ ਰਹੀ ਹੈ, ਮੈਨੂੰ ਕੁਛ ਨਹੀਂ ਹੋਣ ਲੱਗਾ, ਮੈਨੂੰ ਸਰੀਰਕ ਪੱਖੋਂ ਮੈਂ ਹਮੇਸ਼ਾ ਠੀਕ ਰਹਾਂਗਾ, ਮੈਂ ਕਦੀ ਬੁੱਢਾ ਨਹੀਂ ਹੋਵਾਂਗਾ, ਮੈਨੂੰ ਕਦੀ ਕੋਈ ਤਕਲੀਫ ਨਹੀਂ ਹੋਏਗੀ। ਕਦੀ ਤਾਂ ਆਕਾਸ਼ ਵਿੱਚ ਚੜ੍ਹਿਆ ਰਹਿੰਦਾ ਹਾਂ ਇਹ ਮਨੁੱਖ, ਪਰ ਕਦੀ ਜਦੋਂ ਉਸਨੂੰ ਉਦਾਸੀ ਆਉਂਦੀ ਹੈ ਹੇਠਾਂ ਡਿੱਗ ਪੈਂਦਾ ਹੈ।
ਇਹ ਸਾਰੇ ਮਨ ਦੀਆਂ ਅਵਸਥਾਵਾਂ ਹਨ ਅਤੇ ਜ਼ਿੰਦਗੀ ਦੇ ਵੀ ਇਹ ਸਟੇਜਿਸ ਹਨ ਕਿ ਕਦੀ ਕਿਸ ਤਰ੍ਹਾਂ ਦੀ ਸਟੇਜ ਦੇ ਵਿੱਚ ਗੁਜ਼ਰਦਾ ਹੈ, ਕਦੀ ਕਿਸ ਤਰ੍ਹਾਂ ਦੀ ਸਟੇਜ, ਪਰ ਇਹ ਸਭ ਕੁਛ ਪਰਮਾਤਮਾ ਦੇ ਹੁਕਮ ਅਨੁਸਾਰ ਚੱਲ ਰਿਹਾ ਹੈ। ਅਸੀਂ ਇੱਕ ਕਠਪੁਤਲੀ ਵਾਂਗ ਹਾਂ, ਜੋ ਉਸਦਾ ਹੁਕਮ ਹੋ ਰਿਹਾ ਹੈ ਉਹ ਇਹ ਸਾਰਾ ਖੇਡ ਤਮਾਸ਼ਾ ਉਸਦਾ ਰਚਿਆ ਹੋਇਆ ਹੈ। ਅਸੀਂ ਉਸਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੇ, ਅਸੀਂ ਉਸਦੇ ਹੁਕਮ ਦੇ ਤਾਮੀਲ ਕਰਦੇ ਹਾਂ, ਉਸਦੀ ਬੰਦਗੀ ਕਰਦੇ ਹਾਂ। ਸਾਡਾ ਦਿਮਾਗ ਜੋ ਹੈ, ਜਿਸ ਤਰ੍ਹਾਂ ਰੱਬ ਨੇ ਸਾਨੂੰ ਸਾਡੇ ਦਿਮਾਗ ਵਿੱਚ ਪਾਉਣਾ ਹੈ, ਅਸੀਂ ਉਸਦੇ ਹੁਕਮ ਦੇ ਬੱਝੇ ਹੋਏ ਉਹ ਕਰੀ ਜਾਂਦੇ ਹਾਂ। ਕਬੂ ਨਿਰਤ ਕਰੇ ਬਹੁ ਭਾਤ, ਕਦੇ ਇਹ ਜੀਵ ਅਨੇਕ ਕਿਸਮ ਦੇ ਨਿਰਤ ਨਾਚ ਕਰਦਾ ਹੈ। ਕਬੂ ਸੋਏ ਰਹੇ ਦਿਨ ਰਾਤ, ਕਦੇ ਦਿਨ ਰਾਤ ਸੁੱਤਾ ਰਹਿੰਦਾ ਹੈ। ਜਿੱਦਾਂ ਅਸੀਂ ਕਿਸੇ ਨੂੰ ਤੂੰ ਤਾਂ ਬਹੁਤ ਆਲਸੀ ਹੈ, ਤੂੰ ਤਾਂ ਸੁੱਤਾ ਹੀ ਰਹਿੰਦਾ, ਤੂੰ ਕੰਮ ਕਰਦਾ ਹੀ ਨਹੀਂ ਕੋਈ, ਇਹ ਵੀ ਰੱਬ ਉਸਦੇ ਅੰਦਰ ਦਿਮਾਗ ਦੇ ਵਿੱਚ ਪ੍ਰਭੂ ਨੇ ਪਾਇਆ ਹੋਇਆ, ਜਿਸ ਤਰ੍ਹਾਂ ਉਸਨੂੰ ਹੁਕਮ ਹੈ ਉਸ ਤਰ੍ਹਾਂ ਉਹ ਕਰ ਰਿਹਾ ਹੈ। ਕਬੂ ਮਹਾਕ੍ਰੋਧ ਵਿਕਰਾਲ, ਕਦੇ ਇਹ ਡਰਾਉਣੇ ਰੂਪ ਵਿੱਚ ਬੜਾ ਕ੍ਰੋਧੀ ਬਣ ਜਾਂਦਾ ਹੈ। ਕਬੂ ਸਰਬ ਕੀ ਹੋਤ ਰਵਾਲ, ਕਦੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਨਿਮਰਤਾ ਭਾਵ ਆ ਜਾਂਦਾ ਹੈ ਉਸਦੇ ਅੰਦਰ। ਕਬੂ ਮਹਾਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋਤ ਰਵਾਲ, ਸਾਰਿਆਂ ਦੇ ਪੈਰਾਂ ਦੀ ਧੂੜੀ ਬਣ ਜਾਂਦਾ ਹੈ। ਕਬੂ ਹੋਏ ਬਹੇ ਬੜ ਰਾਜਾ, ਕਦੇ ਵੱਡਾ ਰਾਜਾ ਬਣ ਬੈਠਦਾ ਹੈ। ਕਬੂ ਭੇਖਾਰੀ ਨੀਚ ਕਾ ਸਾਜਾ, ਕਦੇ ਮੰਗਤਾ ਬਣ ਕੇ ਨੀਚਾਂ ਦਾ ਬਾਣਾ ਬਣਾ ਲੈਂਦਾ ਹੈ। ਕਬੂ ਭੇਖਾਰੀ ਭਿੱਖਿਆ ਮੰਗਣ ਵਾਲਿਆਂ ਵਾਂਗ ਨੀਚ ਬਣ ਜਾਂਦਾ, ਨੀਚ ਕਾ ਸਾਜਾ, ਇਸ ਤਰ੍ਹਾਂ ਦਾ ਆਪਣਾ ਬਾਣਾ ਬਣਾ ਲੈਂਦਾ ਹੈ। ਕਬੂ ਅਪਕੀਰਤ ਮੈਂ ਆਵੇ, ਕਦੇ ਮਾੜੇ ਕੰਮ ਕਰਕੇ ਬੜਾ ਬਦਨਾਮ ਹੁੰਦਾ। ਅਪਕੀਰਤ ਮਾੜੇ ਕੰਮਾਂ ਵਿੱਚ ਪੈ ਜਾਂਦਾ ਹੈ, ਬਦਨਾਮ ਹੁੰਦਾ ਹੈ। ਕਬੂ ਭਲਾ ਭਲਾ ਕਹਾਵੇ, ਕਦੇ ਨੇਕ ਕੰਮ ਕਰਕੇ ਚੰਗਾ ਖਵਾਉਂਦਾ ਹੈ। ਕੋਈ ਇਸ ਤਰ੍ਹਾਂ ਦਾ ਟਾਈਮ ਹੁੰਦਾ ਹੈ ਕਿ ਉਹੀ ਮਨੁੱਖ ਜੋ ਸਰਟਨ ਪਰਟੀਕੂਲਰ ਮਨੁੱਖ ਕਿਸੇ ਟਾਈਮ ਵਿੱਚ ਲੋਕ ਉਸਦਾ ਥੂ ਕਰਦੇ, ਉਸਦੀ ਬੁਰਾਈ ਕਰਦੇ ਹਨ, ਅਤੇ ਕੋਈ ਚੰਗਾ ਟਾਈਮ ਆ ਜਾਂਦਾ, ਉਹੀ ਮਨੁੱਖ ਸਾਰੇ ਉਸਦੀ ਇੱਜ਼ਤ ਕਰਨ ਲੱਗ ਜਾਂਦੇ ਹਨ, ਉਹ ਚੰਗਾ ਹੋ ਜਾਂਦਾ ਹੈ ਸਾਰਿਆਂ ਦੀ ਨਜ਼ਰਾਂ ਵਿੱਚ। ਜੋ ਪ੍ਰਭਾਵੇ ਤਿਵ ਹੀ ਰਹੇ, ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਜਿਵੇਂ ਪ੍ਰਭੂ ਰੱਖਦਾ ਹੈ, ਜੋ ਪ੍ਰਭਾਵੇ ਤਿਵ ਹੀ ਰਹੇ, ਉਸੇ ਤਰ੍ਹਾਂ ਇਹ ਰਹਿੰਦਾ ਹੈ। ਗੁਰ ਪ੍ਰਸਾਦ ਨਾਨਕ ਸੱਚ ਕਹੇ, ਤੇ ਗੁਰੂ ਦੀ ਮਿਹਰ ਨਾਲ ਮੈਂ ਇਹ ਗੱਲ ਸੱਚ ਹੀ ਆਖ ਰਿਹਾ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਦੀ ਮਿਹਰ ਨਾਲ ਇਹ ਗੱਲ ਮੈਂ ਸੱਚ ਹੀ ਆਖ ਰਿਹਾ ਹਾਂ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਦੇ ਇਹ ਪੰਡਿਤ ਵਿਦਵਾਨ ਹੋ ਕੇ ਗਿਆਨ ਦਾ ਉਪਦੇਸ਼ ਕਰਦਾ ਹੈ। ਕਬੂ ਮੌਨ ਧਾਰੀ ਲਾਵੇ ਧਿਆਨ, ਕਦੇ ਮੌਨੀ ਸਾਧੂ ਹੋ ਕੇ ਸਮਾਧੀ ਲਾਉਂਦਾ ਹੈ। ਕਬੂ ਤਟ ਤੀਰਥ ਇਸਨਾਨ, ਕਦੇ ਤੀਰਥਾਂ ਦੇ ਇਸ਼ਨਾਨ ਕਰਦਾ ਹੈ। ਕਬੂ ਸਿੱਧ ਸਾਧਕ ਮੁਖ ਗਿਆਨ, ਤੇ ਕਦੇ ਸਿੱਧ ਤੇ ਸਾਧਕ ਦੇ ਰੂਪ ਵਿੱਚ ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ। ਕਬੂ ਕੀਟ ਹਸਤ ਪਤੰਗ ਹੋਏ ਜੀਆ, ਕਦੇ ਕੀਟ ਕੀੜਾ ਹਸਤ ਹਾਥੀ ਪਤੰਗ ਆਦਿਕ ਹੁੰਦਾ ਹੈ, ਅਨੇਕਾਂ ਰੂਪਾਂ ਵਿੱਚ ਹੁੰਦਾ ਹੈ। ਅਨੇਕ ਜੌਨ ਭਰਮੇ ਭਰਮੀਆ, ਤੇ ਇਸ ਤਰ੍ਹਾਂ ਅਨੇਕਾਂ ਜੂਨਾਂ ਵਿੱਚ ਲਗਾਤਾਰ ਭਟਕਦਾ ਰਹਿੰਦਾ, ਭਰਮੇ ਭਰਮੀਆ ਭਟਕਦਾ ਰਹਿੰਦਾ ਹੈ, ਭਰਮੇ ਭਟਕਦਾ ਰਹਿੰਦਾ ਹੈ। ਨਾਨਾ ਰੂਪ ਜੋ ਸੁਆਗੀ ਦਿਖਾਵੇ, ਜਿਉ ਪ੍ਰਭ ਭਾਵੇ ਤਿਵੇਂ ਨਚਾਵੇ। ਜਿਸ ਤਰ੍ਹਾਂ ਬਹੁਰੂਪੀਆ ਨਾਨਾ ਰੂਪ, ਜਿਸ ਤਰ੍ਹਾਂ ਬਹੁਰੂਪੀਆ ਅਨੇਕ ਤਰ੍ਹਾਂ ਦੇ ਰੂਪ ਧਾਰਨ ਕਰਕੇ ਵਿਖਾਉਂਦਾ ਹੈ। ਨਾਨਾ ਰੂਪ ਜਿਉ ਸੁਆਗੀ ਦਿਖਾਵੇ, ਜਿਉ ਪ੍ਰਭ ਭਾਵੇ ਤਿਵੇਂ ਨਚਾਵੇ। ਉਸੇ ਤਰ੍ਹਾਂ ਜਿਵੇਂ ਪ੍ਰਭੂ ਨੂੰ ਠੀਕ ਲੱਗਦਾ ਹੈ, ਉਸੇ ਤਰ੍ਹਾਂ ਜੀਵ ਨੂੰ ਨਚਾਉਂਦਾ ਹੈ। ਕਿ ਪਰਮਾਤਮਾ ਉਸਨੂੰ ਉਸੇ ਤਰ੍ਹਾਂ ਅਲੱਗ-ਅਲੱਗ ਰੂਪਾਂ ਵਿੱਚ ਨਚਾਈ ਫਿਰਦਾ ਹੈ। ਜਿਵੇਂ ਬਹਿਰੂਪੀਆ ਆਪਣੇ ਅਲੱਗ-ਅਲੱਗ ਸਵਾਂਗ ਢੋਂਗ ਰਚਾ ਕੇ ਲੋਕਾਂ ਨੂੰ ਪ੍ਰਸੰਨ ਕਰਦਾ, ਉਸ ਤਰ੍ਹਾਂ ਪਰਮਾਤਮਾ ਸਾਰਿਆਂ ਨੂੰ ਅਲੱਗ-ਅਲੱਗ ਰੂਪਾਂ ਵਿੱਚ ਨਚਾਈ ਫਿਰਦਾ ਹੈ। ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਇਹ ਮੁੱਕਦੀ ਗੱਲ ਹੈ, ਨਿਚੋੜ ਹੈ ਕਿ ਅਸੀਂ ਕੁਛ ਨਹੀਂ ਹਾਂ, ਸਾਡਾ ਦਿਮਾਗ ਕੁਛ ਨਹੀਂ ਹੈ। ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੁੰਦਾ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਨਾਨਕ ਦੂਜਾ ਅਵਰ ਨਾ ਕੋਏ, ਉਸ ਵਰਗਾ ਕੋਈ ਹੋਰ ਨਹੀਂ ਹੈ।
ਕਬੂ ਸਾਧ ਸੰਗਤ ਇਹੋ ਪਾਵੇ, ਉਸ ਅਸਥਾਨ ਤੇ ਬਹਰ ਨਾ ਆਵੇ। ਕਦੇ ਇਹ ਜੀਵ ਸਾਧ ਸੰਗਤ ਨੂੰ ਪ੍ਰਾਪਤ ਕਰਦਾ ਹੈ, ਪਰ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ। ਉਸ ਸਥਾਨ ਤੇ ਬਹਰ ਨਾ ਆਵੇ, ਫਿਰ ਨਹੀਂ ਵਾਪਸ ਨਹੀਂ ਆਉਂਦਾ। ਅੰਤਰ ਹੋਏ ਗਿਆਨ ਪ੍ਰਗਾਸ, ਕਿਉਂ ਨਹੀਂ ਆਉਂਦਾ? ਕਿਉਂਕਿ ਇਸ ਦੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ। ਗਿਆਨ ਪ੍ਰਗਾਸ, ਇਸ ਦੇ ਅੰਦਰ ਗਿਆਨ ਦਾ ਮਨੁੱਖ ਦੇ ਚਾਨਣ ਹੋ ਜਾਂਦਾ ਹੈ। ਉਸ ਸਥਾਨ ਕਾ ਨਹੀਂ ਵਿਨਾਸ਼, ਤੇ ਉਸ ਹਾਲਤ ਦਾ ਨਾਸ ਨਹੀਂ ਹੁੰਦਾ। ਉਸ ਸਥਾਨ, ਉਹ ਅਵਸਥਾ ਵਿੱਚ ਜਿਹੜੀ ਚੀਜ਼ ਪਹੁੰਚ ਜਾਂਦਾ ਹੈ, ਉਹ ਅਵਸਥਾ ਅਡਿੱਗ ਹੋ ਜਾਂਦੀ, ਉਸਦੇ ਲਈ ਅਡੋਲ ਹੋ ਜਾਂਦੀ ਹੈ। ਉਸ ਤੋਂ ਵਾਪਸ ਨਹੀਂ ਆਉਣਾ ਚਾਹੁੰਦਾ। ਉਸ ਅਸਥਾਨ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਨਾਸ ਨਹੀਂ ਹੁੰਦਾ। ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੇ ਪਾਰ ਬ੍ਰਹਮ ਕੇ ਸੰਗ। ਉਹ ਹੁਣ ਉਸ ਦਾ ਮਨ ਤਨ ਸਿਰਫ ਪ੍ਰਭੂ ਦੇ ਨਾਮ ਰੰਗ ਵਿੱਚ ਲੀਨ ਰਹਿੰਦਾ ਹੈ। ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੇ ਪਾਰ ਬ੍ਰਹਮ ਕੇ ਸੰਗ। ਉਹ ਸਦਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਟਿਕਿਆ ਰਹਿੰਦਾ ਹੈ। ਸਦਾ ਬਸੇ ਪਾਰ ਬ੍ਰਹਮ ਕੇ ਸੰਗ। ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਆ ਕੇ ਮਿਲ ਜਾਂਦਾ ਹੈ, ਉਸੇ ਤਰ੍ਹਾਂ ਜੀਵ ਦੀ ਜੋਤ ਉਸ ਪਰਮ ਜੋਤ ਨਾਲ ਇੱਕਮਿਕ ਹੋ ਜਾਂਦੀ ਹੈ। ਜੋ ਜਲ ਮੈਂ ਜਲ ਆਏ ਖਟਾਨਾ, ਪਾਣੀ ਨਾਲ ਪਾਣੀ ਇੱਕਮਿਕ ਹੋ ਜਾਂਦਾ ਹੈ। ਤੇ ਉਹ ਜੋਤੀ ਸੰਗ ਜੋਤ ਸਮਾਨਾ, ਜੋ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਜੀਵ ਦੇ ਅੰਦਰ, ਤਾਂ ਉਸ ਦੇ ਅੰਦਰ ਦੀ ਜੋ ਜੋਤ ਹੈ, ਉਸ ਪਰਮ ਜੋਤ ਦੇ ਨਾਲ ਇੱਕਮਿਕ ਹੋ ਜਾਂਦੀ ਹੈ। ਮਿਟ ਗਏ ਗਵਨ ਪਾਏ ਵਿਸਰਾਮ, ਫਿਰ ਕੀ ਹੁੰਦਾ ਹੈ? ਉਸਦੇ ਜਨਮ ਮਰਨ ਦੇ ਫੇਰੇ ਮੁੱਕ ਜਾਂਦੇ ਹਨ। ਜਨਮ ਮਿਟ ਗਏ ਗਵਨ ਪਾਏ ਵਿਸਰਾਮ, ਤੇ ਉਸਨੂੰ ਟਿਕਾਣਾ ਮਿਲ ਜਾਂਦਾ। ਇੱਕ ਥਾਂ ਕਹਿੰਦੇ ਹਨ, ਜਿਵੇਂ ਮੁਸਾਫਿਰ ਭਟਕਦਾ ਰਹਿੰਦਾ ਹੈ, ਫਿਰ ਇੱਕ ਟਿਕਾਣਾ ਉਸਨੂੰ ਆਖਰ ਮਿਲ ਜਾਂਦਾ। ਉਸੇ ਤਰ੍ਹਾਂ ਮਨੁੱਖ ਦਾ ਆਵਾਗਮਨ ਦਾ ਚੱਕਰ ਕਈ ਜੂਨਾਂ ਵਿੱਚ ਜਾਂਦਾ ਫਿਰਦਾ ਹੈ, ਭਟਕਣਾ ਲੱਗੀ ਰਹਿੰਦੀ ਹੈ, ਇਹ ਖਤਮ ਹੋ ਜਾਂਦੀ ਹੈ, ਤੇ ਉਸਨੂੰ ਇੱਕ ਟਿਕਾਣਾ, ਇੱਕ ਟਿਕਾਓ ਆ ਜਾਂਦਾ ਹੈ। ਨਾਨਕ ਪ੍ਰਭ ਕੇ ਸਦ ਕੁਰਬਾਨ, ਗੁਰੂ ਨਾਨਕ ਸਾਹਿਬ ਜੀ ਅਰਜ਼ੋਈ ਕਰਦੇ ਹਨ ਕਿ ਉਸ ਪ੍ਰਭੂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ। ਨਾਨਕ ਪ੍ਰਭ ਕੇ ਸਦ ਕੁਰਬਾਨ, ਕਿ ਉਹ ਸੱਚੇ ਪਾਤਸ਼ਾਹ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ। ਕਿ ਇਹ ਸੱਚੇ ਪਾਤਸ਼ਾਹ ਜੀ, ਕਰਨ ਕਰਾਵਨ ਤੂੰ ਆਪ ਹੀ ਹੈ, ਇਹ ਸਭ ਕੁਛ ਇਹ ਤੁਹਾਡੀ ਹੀ ਮਾਇਆ ਹੈ। ਸਭ ਇਹ ਖੇਲ ਤਮਾਸ਼ਾ ਜਗਤ ਤੁਹਾਡਾ ਹੀ ਰਚਿਆ ਹੋਇਆ ਹੈ। ਅਸੀਂ ਤੇ ਇੱਕ ਸਾਰੀ ਦੁਨੀਆ, ਇੰਨੀ ਦੁਨੀਆ ਤੁਸੀਂ ਸ੍ਰਿਸ਼ਟੀ ਰਚਾਈ, ਉਸ ਵਿੱਚ ਨਿੱਕੇ ਜਿਹੇ ਕੀੜੇ ਵਾਂਗ ਸਾਡੀ ਹੈ, ਇੱਕ ਔਕਾਤ ਹੈ। ਪਰ ਸੱਚੇ ਪਾਤਸ਼ਾਹ ਜੀ, ਪਰ ਤੁਹਾਡੀ ਮਿਹਰ ਹੋ ਜਾਵੇ, ਤੁਹਾਡਾ ਸਾਡੇ ਸਿਰ 'ਤੇ ਹੱਥ ਹੋਵੇ, ਤਾਂ ਸਾਡੀ ਜ਼ਿੰਦਗੀ ਵੀ ਸਫਲ ਹੋ ਜਾਵੇ। ਅਤੇ ਅਸੀਂ ਇੱਥੇ ਨੇਕ ਕੰਮ ਕਰੀਏ, ਅਸੀਂ ਨੇਕ ਬੰਦੇ ਅਖਵਾਈਏ, ਸਾਡੀ ਇੱਜ਼ਤ ਹੋਵੇ ਇੱਥੇ, ਅਤੇ ਅਸੀਂ ਖੁਸ਼ੀ ਖੁਸ਼ੀ ਤੇਰੇ ਕੋਲ ਵਾਪਸ ਆ ਸਕੀਏ। ਹੇ ਸੱਚੇ ਪਾਤਸ਼ਾਹ ਜੀ, ਆਪਣੇ ਬੰਦਿਆਂ 'ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ। ਅੱਜ ਦੀ ਅਸੀਂ ਵਿਆਖਿਆ ਇੱਥੇ ਹੀ ਸਮਾਪਤ ਕਰਦੇ ਹਾਂ, ਫਿਰ ਅਸੀਂ ਕੱਲ੍ਹ ਕੰਟੀਨਿਊ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।